ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੇ ਵਿੱਚ ਵਸਦੀ ਹੋਈ ਸਮੁੱਚੀ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤ ਨੂੰ ਦਾਸ ਫਤਿਹ ਬੁਲਾਉਂਦਾ ਹੈ ਜੀ। ਅੱਜ ਇਤਿਹਾਸ ਦੇ ਪੰਨੇ ਪ੍ਰੋਗਰਾਮ ਲੈ ਕਰਕੇ ਦਾਸ ਗਿਆਨੀ ਅਮਰਿੰਦਰ ਸਿੰਘ ਹਾਜ਼ਰ ਹੋਇਆ ਹੈ ਜੀ। ਅੱਜ ਅਸੀਂ ਗੱਲ ਕਰਾਂਗੇ ਤੀਸਰੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਜੀਵਨ ਬਾਰੇ, ਕਿਉਂਕਿ ਅੱਜ ਦੇ ਦਿਨ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਪੁਰਬ ਹੈ। ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦਾ ਪ੍ਰਕਾਸ਼ ਜਿਹੜਾ ਹੈ ਉਹ ਨਗਰ ਬਾਸਰ ਕੇ ਗਿੱਲਾਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਸਤਿਕਾਰਯੋਗ ਬਾਬਾ ਤੇਜਭਾਨ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਗ੍ਰਹਿ ਵਿਖੇ ਸਨ 1479 ਨੂੰ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਣਾ ਹੋਇਆ ਹੈ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਬਚਪਨ ਤੋਂ ਹੀ ਜਿਵੇਂ ਪਰਿਵਾਰ ਦੇ ਵਿੱਚ ਗੁੜਤੀ ਦੇ ਵਿੱਚ ਕੁਝ ਸਾਨੂੰ ਸਿੱਖਿਆ ਮਿਲ ਜਾਂਦੀ ਹੈ, ਉਵੇਂ ਪਰਿਵਾਰ ਦਾ ਮਾਹੌਲ ਜਿਹੜਾ ਸੀ ਉਹ ਧਾਰਮਿਕ ਮਾਹੌਲ ਮਿਲਿਆ। ਗ੍ਰਸਥ ਜੀਵਨ ਨੂੰ ਭੋਗਦਿਆਂ ਹੋਇਆਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਗ੍ਰਹਿ ਵਿਖੇ 2 ਪੁੱਤਰ ਅਤੇ 2 ਧੀਆਂ ਨੇ ਜਨਮ ਲਿਆ। ਪੁੱਤਰਾਂ ਦੇ ਵਿੱਚ ਬਾਬਾ ਮੋਹਨ ਜੀ ਅਤੇ ਬਾਬਾ ਮੋਹਰੀ ਜੀ ਸਨ, ਅਤੇ ਪੁੱਤਰੀਆਂ ਦੇ ਵਿੱਚ ਬੀਬੀ ਦਾਨੀ ਜੀ ਅਤੇ ਬੀਬੀ ਪਾਨੀ ਜੀ ਸਨ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਜਿੱਥੇ ਆਪਣੇ ਨਗਰ ਦੇ ਵਿੱਚ ਆਪਣੀ ਕਿਰਤ ਕਰਦੇ ਨੇ, ਦੁਕਾਨਦਾਰੀ ਕਰਦੇ ਨੇ, ਉੱਥੇ ਧਾਰਮਿਕ ਕਰਮ ਦੇ ਵਿੱਚ ਵੀ ਉਹਨਾਂ ਹਮੇਸ਼ਾ ਵੱਧ ਚੜ੍ਹ ਕਰਕੇ ਜਿਹੜਾ ਸੀ ਉਹ ਯੋਗਦਾਨ ਪਾਉਣਾ ਕੀਤਾ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਅਕਸਰ ਉਹਨਾਂ ਨੇ ਜਦੋਂ ਵੀ ਦੇਖਣਾ ਕਿ ਕਿਤੇ ਕਾਰਜ ਦੀ ਕਿਸੇ ਕਰਨ ਵਾਸਤੇ ਜਾਂ ਸਮਾਜ ਦੀ ਭਲਾਈ ਦੇ ਵਾਸਤੇ ਕਿਸੇ ਕਾਰਜ ਦੀ ਲੋੜ ਹੈ, ਅਤੇ ਉਹਨਾਂ ਹਮੇਸ਼ਾ ਹੀ ਉਹਨਾਂ ਕਾਰਜਾਂ ਨੂੰ ਕੀਤਾ। ਭਾਵੇਂ ਘਰ ਦੇ ਵਿੱਚ ਬੱਚੀ ਦਾਨੀ ਦਾ ਜਿਸ ਵੇਲੇ ਜਨਮ ਹੋਇਆ, ਉਸ ਵੇਲੇ ਬਾਬਾ ਅਮਰਦਾਸ ਜੀ ਨੇ ਪਿੰਡ ਦੇ ਵਿੱਚ ਖੂਹ ਲਵਾਉਣਾ ਵੀ ਕੀਤਾ, ਹੋਰ ਵੀ ਬਹੁਤ ਸਾਰੇ ਭਲਾਈ ਦੇ ਕਰਮ ਕਰਨੇ ਸ਼ੁਰੂ ਕੀਤੇ। ਗ੍ਰਸਥ ਜੀਵਨ ਦੀਆਂ ਜ਼ਿੰਮੇਵਾਰੀਆਂ ਨੂੰ ਭੋਗਦਿਆਂ ਹੋਇਆਂ, ਗ੍ਰਸਥ ਜੀਵਨ ਦੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਿਆਂ ਹੋਇਆਂ ਬਾਬਾ ਅਮਰਦਾਸ ਜੀ ਨੇ ਮਨ ਦੇ ਵਿੱਚ ਖਿਆਲ ਕੀਤਾ ਕਿ ਧਰਮ ਜਿਹੜਾ ਹੈ ਉਹ ਵੀ ਕਮਾਉਣਾ ਚਾਹੀਦਾ ਹੈ। ਇਸ ਵਾਸਤੇ ਆਪਣੇ ਨਗਰ ਬਾਸਰ ਕੇ ਗਿੱਲਾਂ ਤੋਂ ਜਿਹੜੀ ਸੀ ਪੈਦਲ ਯਾਤਰਾ ਜਿਹੜੀ ਸੀ ਹਰਿਦੁਆਰ ਦੀ ਉਹਨਾਂ ਨੇ ਸ਼ੁਰੂ ਕੀਤੀ। ਇਤਿਹਾਸਕਾਰ ਲਿਖਦੇ ਨੇ ਕਿ ਬਾਬਾ ਅਮਰਦਾਸ ਜੀ ਨੇ ਕਰੀਬਨ 20 ਵਾਰ ਜਿਹੜਾ ਹੈ ਉਹ ਹਰਿਦੁਆਰ ਦੀ ਪੈਦਲ ਯਾਤਰਾ ਕੀਤੀ ਹੈ। ਹਰ 6 ਮਹੀਨੇ ਬਾਅਦ ਉਹ ਯਾਤਰਾ 'ਤੇ ਜਾਂਦੇ, ਪੈਦਲ ਉਹਨਾਂ ਨੇ ਜਾਣਾ ਅਤੇ ਪੈਦਲ ਉਹਨਾਂ ਨੇ ਯਾਤਰਾ ਕਰਕੇ ਵਾਪਸ ਆਉਣਾ। ਜਦੋਂ ਅਖੀਰਲੀ ਵਾਰੀ ਯਾਤਰਾ ਕਰਕੇ ਵਾਪਸ ਆਉਂਦੇ ਨੇ ਅਤੇ ਰਸਤੇ ਦੇ ਵਿੱਚ ਇੱਕ ਰੱਬ ਦੇ ਨਾਮ ਦੇ ਵਿੱਚ ਰੰਗੀ ਹੋਈ ਆਤਮਾ ਰਸਤੇ ਵਿੱਚ ਮਿਲਦੀ ਹੈ, ਜਿਹਦੇ ਨਾਲ ਗੱਲਾਂ ਬਾਤਾਂ ਕਰਦਿਆਂ ਮਹਿਸੂਸ ਹੋਇਆ ਕਿ ਇਹ ਧਾਰਮਿਕ ਰੰਗ ਦੇ ਵਿੱਚ ਰੰਗੀ ਹੋਈ ਆਤਮਾ, ਅਤੇ ਉਹਨਾਂ ਨੂੰ ਆਪਣੇ ਘਰ ਵਿੱਚ ਆਉਣ ਦਾ ਬਾਬਾ ਅਮਰਦਾਸ ਜੀ ਨੇ ਨਿਯੋਤਾ ਦਿੱਤਾ। ਉਹ ਮਹਾਂਪੁਰਖ ਜਿਹੜੇ ਸਨ ਉਹ ਬਾਬਾ ਅਮਰਦਾਸ ਜੀ ਦੇ ਨਾਲ ਉਹਨਾਂ ਦੇ ਘਰ ਵਿੱਚ ਆਏ। ਬਾਸਰ ਕੇ ਗਿੱਲ ਨਗਰ ਦੇ ਵਿੱਚ ਉਹਨਾਂ ਨੇ ਆਉਣਾ ਕੀਤਾ। ਜਦੋਂ ਨਗਰ ਦੇ ਵਿੱਚ ਆਉਂਦੇ ਨੇ ਅਤੇ ਘਰੇ ਆ ਕਰਕੇ ਜਦੋਂ ਜਲ ਪਾਣੀ ਛਕਿਆ, ਥੋੜ੍ਹਾ ਚਿਰ ਇੱਕ ਦੂਸਰੇ ਦੇ ਨਾਲ ਧਾਰਮਿਕ ਗੱਲਾਂ ਬਾਤਾਂ ਸ਼ੁਰੂ ਹੋਈਆਂ, ਅਤੇ ਉਸ ਆਤਮਾ ਭਜਨੀਕ ਪੁਰਸ਼ ਨੇ ਪੁੱਛ ਲਿਆ ਬਾਬਾ ਅਮਰਦਾਸ ਜੀ ਨੂੰ, ਕਹਿਣ ਲੱਗੀ ਕਿ ਤੁਸੀਂ ਬੜੇ ਪਿਆਰੇ ਜੇ, ਤੁਸੀਂ ਰੱਬ ਦੀਆਂ ਗੱਲਾਂ ਬੜੀਆਂ ਸੋਹਣੀਆਂ ਕਰਦੇ ਜੇ, ਤੁਸੀਂ ਬੜੀ ਧਾਰਮਿਕ ਬਿਰਤੀ ਵਾਲੇ ਹੋ। ਮੈਂ ਇੱਕ ਗੱਲ ਤੁਹਾਡੇ ਤੋਂ ਪੁੱਛਣਾ ਭੁੱਲ ਗਿਆ ਕਿ ਤੁਹਾਡਾ ਗੁਰੂ ਕੌਣ ਹੈ, ਤੁਸੀਂ ਸਿੱਖਿਆ ਕਿਸ ਤੋਂ ਲਈ ਹੈ, ਤੁਸੀਂ ਕਿਸ ਦਾ ਨਾਮ ਜਪਦੇ ਹੋ, ਤੁਸੀਂ ਕਿਸ ਦਾ ਮੰਤਰ ਕਮਾਉਂਦੇ ਹੋ, ਤੁਸੀਂ ਕਿਸ ਮੰਤਰ ਦਾ ਜਾਪ ਕਰਦੇ ਹੋ। ਜਦੋਂ ਇਹ ਸਾਰੀਆਂ ਗੱਲਾਂ ਪੁੱਛੀਆਂ ਗਈਆਂ ਅਤੇ ਉਸ ਵੇਲੇ ਬਾਬਾ ਅਮਰਦਾਸ ਜੀ ਨੇ ਸੁਭਾਵਿਕ ਤੌਰ 'ਤੇ ਕਹਿ ਦਿੱਤਾ ਕਿ ਅਜੇ ਤੱਕ ਮੈਂ ਕੋਈ ਵੀ ਗੁਰੂ ਜਿਹੜਾ ਹੈ ਉਹ ਧਾਰਨ ਨਹੀਂ ਕੀਤਾ। ਮੈਂ ਧਾਰਮਿਕ ਯਾਤਰਾ ਜ਼ਰੂਰ ਕਰਦਾ ਹੈ, ਪਰ ਮੈਂ ਅਜੇ ਤੱਕ ਕਿਸੇ ਗੁਰੂ ਨੂੰ ਧਾਰਨ ਨਹੀਂ ਕੀਤਾ। ਇਹ ਬਚਨ ਸੁਣਦਿਆਂ ਉਹ ਜਿਹੜਾ ਸਾਧੂ ਸੀ, ਜਿਹੜਾ ਰੱਬ ਦੇ ਰੰਗ ਦੇ ਵਿੱਚ ਰੰਗਿਆ ਅਤੇ ਬੜੇ ਪਿਆਰ ਦੇ ਨਾਲ, ਬੜੀ ਸ਼ਰਧਾ ਦੇ ਨਾਲ, ਬੜੀ ਭਾਵਨਾ ਦੇ ਨਾਲ ਬਾਬਾ ਅਮਰਦਾਸ ਜੀ ਦੇ ਨਾਲ ਗੁਫ਼ਤਗੂ ਦੇ ਵਿੱਚ ਜਿਹੜਾ ਸੀ ਉਹ ਮਸਰੂਫ ਸੀ। ਉਸ ਵੇਲੇ ਉਸ ਇਨਸਾਨ ਨੇ ਬੜੇ ਔਖੇ ਦੇ ਸ਼ਬਦਾਂ ਵਿੱਚ ਆਖਿਆ, ਕਹਿਣ ਲੱਗੇ ਕਿ ਮੇਰਾ ਸਾਰੀ ਜੀਵਨ ਦੀ ਜਿਹੜੀ ਬੰਦਗੀ ਸੀ, ਜੋ ਮੈਂ ਸਾਰੀ ਜ਼ਿੰਦਗੀ ਭ੍ਰਮਣ ਕੀਤਾ, ਤਪ ਕੀਤਾ, ਸਾਧਨਾ ਕੀਤੀ, ਅੱਜ ਸਾਰੀ ਹੀ ਖਤਮ ਹੋ ਗਈ, ਕਿਉਂਕਿ ਅੱਜ ਮੈਂ ਇੱਕ ਨਿਗੁਰੇ ਦੇ ਹੱਥ ਦਾ ਜਿਹੜਾ ਸੀ ਉਹ ਜਲ ਪਾਣੀ ਛਕ ਲਿਆ। ਅੱਜ ਇੱਕ ਨਿਗੁਰੇ ਦੇ ਹੱਥੋਂ ਜਿਹੜਾ ਸੀ ਉਹ ਮੈਂ ਜਲ ਪਾਨ ਕੀਤਾ ਹੈ।
ਮੇਰਾ ਸਾਰਾ ਹੀ ਜੀਵਨ ਤੂੰ ਨਸ਼ਟ ਕਰਕੇ ਰੱਖ ਦਿੱਤਾ। ਗੁੱਸੇ ਦੇ ਵਿੱਚ ਬਚਨ ਬੋਲਦਿਆਂ ਉਹ ਬਾਬਾ ਅਮਰਦਾਸ ਜੀ ਦੇ ਘਰ ਤੋਂ ਬਾਹਰ ਨਿਕਲ ਗਿਆ। ਹੁਣ ਬੜੀ ਇੱਕ ਮਨ ਦੇ ਵਿੱਚ ਡੂੰਘੀ ਸੱਟ ਇਸ ਵੇਲੇ ਵੱਜੀ ਹੋਈ ਸੀ ਕਿ ਕੋਈ ਇਨਸਾਨ ਜਿਹੜਾ ਸੀ ਉਹ ਅੱਜ ਬਾਬੇ ਅਮਰਦਾਸ ਜੀ ਨੂੰ ਇਹ ਆ ਕੇ ਗਿਆ ਸੀ ਕਿ ਤੁਹਾਡਾ ਗੁਰੂ ਕੋਈ ਨਹੀਂ, ਤੁਸੀਂ ਨਿਗੁਰੇ ਹੋ ਤੇ ਤੁਹਾਡੇ ਘਰ ਦੇ ਵਿੱਚੋਂ ਜਲ ਪਾਣੀ ਛਕਣ ਕਰਕੇ ਮੇਰਾ ਜੀਵਨ ਜਿਹੜਾ ਹੈ ਉਹ ਖਰਾਬ ਹੋਇਆ, ਭ੍ਰਿਸ਼ਟ ਹੋ ਗਿਆ ਹੈ। ਅੱਜ ਸਾਰੀ ਹੀ ਰਾਤ ਜਿਹੜਾ ਸੀ ਬਾਬਾ ਅਮਰਦਾਸ ਜੀ ਸੌਣ ਦੀ ਕੋਸ਼ਿਸ਼ ਕਰਦੇ ਨੇ ਪਰ ਨੀਂਦ ਕੋਈ ਨਹੀਂ ਆਉਂਦੀ ਪਈ। ਕੋਸ਼ਿਸ਼ ਬਹੁਤ ਕੀਤੀ ਪਰ ਬਾਰ-ਬਾਰ ਜਿਹੜੀਆਂ ਸੀ ਉਹ ਮਨ ਦੇ ਅੰਦਰ ਇਹ ਗੱਲਾਂ ਸਟਰਗਲ ਕਰਦੀਆਂ ਰਹੀਆਂ, ਮਨ ਦੇ ਵਿੱਚ ਇਹ ਗੱਲਾਂ ਜਿਹੜੀਆਂ ਸੀ ਜੰਗ ਕਰਦੀਆਂ ਰਹੀਆਂ ਕਿ ਤੂੰ ਨਿਗੁਰਾ ਹੈ, ਤੂੰ ਗੁਰੂ ਵਾਲਾ ਨਹੀਂ ਹੈ, ਤੂੰ ਜੀਵਨ ਜਿਹੜਾ ਹੈ ਉਹ ਅਜਾਈਂ ਹੀ ਗਵਾ ਦਿੱਤਾ। ਇੰਨੇ ਸਾਲ ਉਮਰ 70 ਸਾਲ ਉਮਰ ਜਿਹੜੀ ਲੰਘ ਗਈ ਏ ਤੇ ਹੁਣ ਕਦੋਂ ਤੂੰ ਧਰਮ ਕਮਾਏਂਗਾ। ਇਹ ਕੁਝ ਸੋਚਦਿਆਂ ਅੰਮ੍ਰਿਤ ਵੇਲਾ ਹੋਇਆ ਤੇ ਅੰਮ੍ਰਿਤ ਵੇਲੇ ਕੰਨਾਂ ਦੇ ਵਿੱਚ ਬਾਣੀ ਦੀ ਆਵਾਜ਼ ਪਈ। ਬੀਬੀ ਅਮਰੋ ਜੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸੁਪੁੱਤਰੀ ਸਨ। ਉਹ ਅੰਮ੍ਰਿਤ ਵੇਲੇ ਬਾਬਾ ਅਮਰਦਾਸ ਮਹਾਰਾਜ ਜੀ ਦੇ ਭਰਾ ਦੇ ਉਹ ਨੂੰਹ ਸਨ। ਅੰਮ੍ਰਿਤ ਵੇਲੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪਾਵਨ ਬਾਣੀ ਦਾ ਸ਼ਬਦ ਉਹ ਗਾਇਨ ਕਰਦੇ ਪਏ ਸੀ, ਨਾਲੇ ਘਰ ਦੇ ਵਿੱਚ ਸਾਫ਼ ਸਫਾਈ ਕਰਦੇ ਪਏ ਨੇ ਤੇ ਨਾਲੇ ਬਾਣੀ ਦਾ ਸ਼ਬਦ ਪੜ੍ਹਦੇ ਪਏ ਨੇ। ਕਾਇਆ ਆਇਰਨ ਮਨ ਵਿੱਚ ਲੋਹਾ, ਮਨ ਜਲਿਆ ਸੰਨੀ ਚਿੰਤ ਪਈ। ਸੋ ਇਹ ਸ਼ਬਦ ਦਾ ਜਦੋਂ ਪੜ੍ਹਦਿਆਂ ਆਵਾਜ਼ ਬਾਬੇ ਅਮਰਦਾਸ ਜੀ ਦੇ ਕੰਨਾਂ ਦੇ ਵਿੱਚ ਪਈ ਤੇ ਉਹਨਾਂ ਨੂੰ ਸੁਭਾਵਿਕ ਜੀ ਇਹ ਗੱਲ ਸਮਝ ਆਉਣੀ ਸ਼ੁਰੂ ਹੋ ਗਈ, ਕਿਉਂਕਿ ਸ਼ਬਦ ਦੇ ਜਿਹੜੇ ਬਚਨ ਸਨ, ਸ਼ਬਦ ਦੇ ਜਿਹੜੇ ਬੋਲ ਸਨ ਉਹ ਬੜੇ ਸਾਦੇ ਸਨ ਤੇ ਬੜੇ ਸਮਝਣ ਵਾਲੇ ਸਨ ਤੇ ਇੱਕ ਬਚਨ ਜਿਹੜਾ ਸੀ ਉਹ ਕੰਨਾਂ ਦੇ ਵਿੱਚ ਅਸਰ ਕਰਦਾ ਪਿਆ ਸੀ, ਉਹ ਮਨ ਦੇ ਵਿੱਚ ਅਸਰ ਕਰਦਾ ਪਿਆ ਸੀ, ਉਹ ਅੰਤਰ ਆਤਮੇ ਤੱਕ ਡੂੰਘਾ ਅਸਰ ਉਸ ਗੱਲ ਨੂੰ ਕਰਦਾ ਪਿਆ ਸੀ ਕਿ ਸੱਚੀ ਮੁੱਚੀ ਮੇਰਾ ਜੀਵਨ ਵੀ ਤਾਂ ਮਨੂਰ ਹੋ ਚੁੱਕਾ ਹੈ ਤੇ ਇਸ ਮਨੂਰ ਹੋਏ ਜੀਵਨ ਨੂੰ ਜਿਹੜਾ ਮੈਂ ਕਿਵੇਂ ਕੰਚਨ ਬਣਾ ਸਕਦਾ ਹੈ, ਕਿਵੇਂ ਇਹ ਮੇਰਾ ਜੀਵਨ ਜਿਹੜਾ ਹੈ ਉਹ ਸਫਲ ਹੋ ਸਕਦਾ ਹੈ। ਸੋ ਹੋਇਆ ਇਸ ਤਰ੍ਹਾਂ ਕਿ ਜਦੋਂ ਸਮਾਪਤੀ ਕੀਤੀ ਬੀਬੀ ਅਮਰੋ ਨੇ ਤੇ ਜਾ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਜਾ ਕੇ ਕਿਹਾ ਕਿ ਧੀਏ ਇਹ ਜਿਹੜੇ ਤੂੰ ਬਚਨ ਪੜ੍ਹਦੀ ਪਈ ਸਾਂ, ਇਹ ਜੋ ਤੂੰ ਸ਼ਬਦ ਗਾਉਂਦੀ ਸੀ, ਇਹ ਸ਼ਬਦ ਇਹ ਬਚਨ ਇਹ ਬੋਲ ਕਿਹਨਾਂ ਦੇ ਨੇ। ਤੇ ਬੀਬੀ ਅਮਰੋ ਜੀ ਨੇ ਉਸ ਵੇਲੇ ਕਿਹਾ ਕਿ ਇਹ ਬਚਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਨੇ। ਬਾਬਾ ਅਮਰਦਾਸ ਜੀ ਪੁੱਛਦੇ ਨੇ ਕਿ ਗੁਰੂ ਨਾਨਕ ਦੇਵ ਮਹਾਰਾਜ ਉਹ ਕਿੱਥੇ ਰਹਿੰਦੇ ਨੇ, ਉਹਨਾਂ ਨੂੰ ਕਿਵੇਂ ਮਿਲ ਸਕਦਾ ਹੈ। ਬੀਬੀ ਅਮਰੋ ਜੀ ਨੇ ਕਿਹਾ ਕਿ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਤਾਂ ਇਸ ਸੰਸਾਰ ਤੋਂ ਜਿਹੜਾ ਹੈ ਉਹ ਜਾ ਚੁੱਕੇ ਨੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਇਹ ਬੁਲਾਵੇ ਦੀ ਜਾਂ ਇਸ ਸੰਸਾਰ ਤੋਂ ਚਲੇ ਜਾਣ ਦੀ ਖਬਰ ਸੁਣ ਕੇ ਬਾਬਾ ਅਮਰਦਾਸ ਜੀ ਇੱਕ ਵਾਰ ਉਦਾਸ ਹੋਏ, ਪਰ ਬੀਬੀ ਅਮਰੋ ਜੀ ਨੇ ਫਿਰ ਆਖਿਆ, ਕਹਿਣ ਲੱਗੇ ਕਿ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਤੋਂ ਗਏ ਜ਼ਰੂਰ ਨੇ ਪਰ ਉਹ ਆਪਣੀ ਜੋਤ ਜਿਹੜੀ ਹੈ ਉਹ ਸਾਡੇ ਪਿਤਾ ਗੁਰੂ ਅੰਗਦ ਦੇਵ ਮਹਾਰਾਜ ਵਿੱਚ ਟਿਕਾ ਕੇ ਗਏ ਨੇ। ਕਿਉਂਕਿ ਬਾਣੀ ਦੇ ਅਸੀਂ ਬਚਨ ਪੜ੍ਹਦੇ ਹਾਂ, ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀਏ, ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋਤ ਗੁਰੂ ਅੰਗਦ ਦੇਵ ਮਹਾਰਾਜ ਵਿੱਚ ਹੈ। ਜੁਗਤੀ ਵੀ ਗੁਰੂ ਨਾਨਕ ਦੇਵ ਮਹਾਰਾਜ ਵਾਲੀ ਹੈ, ਸਿਰਫ ਸਰੀਰ ਜਿਹੜਾ ਸੀ ਉਹ ਤਬਦੀਲ ਹੋਇਆ ਸੀ। ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਹੁਣ ਮਨ ਦੇ ਵਿੱਚ ਇੱਕ ਖਿੱਚ ਪੈਦਾ ਹੋਈ। ਬੀਬੀ ਅਮਰੋ ਜੀ ਨੂੰ ਕਿਹਾ, ਕਹਿਣ ਲੱਗੇ ਕਿ ਛੇਤੀ ਕਰੋ ਕਿ ਮੈਨੂੰ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਾਓ। ਮੈਂ ਬਹੁਤ ਸਾਰਾ ਜੀਵਨ ਜਿਹੜਾ ਹੈ ਉਹ ਅਜਾਈਂ ਹੀ ਗਵਾ ਚੁੱਕਾ ਹਾਂ। ਹਾਲਾਂਕਿ ਦੇਖੋ ਇਸ ਤੋਂ ਪਹਿਲੋਂ ਵੀ ਬਾਬਾ ਅਮਰਦਾਸ ਜੀ ਕੁੜਮ ਦੇ ਰੂਪ ਦੇ ਵਿੱਚ ਜਦੋਂ ਬੀਬੀ ਅਮਰੋ ਜੀ ਦੀ ਸ਼ਾਦੀ ਹੋਈ ਹੋਵੇਗੀ ਉਸ ਵੇਲੇ ਵੀ ਗੁਰੂ ਅੰਗਦ ਦੇਵ ਮਹਾਰਾਜ ਨੂੰ ਮਿਲੇ ਹੋਣਗੇ, ਪਰ ਉਦੋਂ ਤੱਕ ਮਨ ਦੇ ਵਿੱਚ ਤੜਫ ਨਹੀਂ ਸੀ, ਕਿਉਂਕਿ ਤੜਫ ਦਾ ਪਤਾ ਹੀ ਉਦੋਂ ਲੱਗਦਾ ਜਿਸ ਦਿਨ ਸਾਨੂੰ ਇਹ ਮਹਿਸੂਸ ਹੋ ਜਾਂਦਾ ਕਿ ਅਸੀਂ ਰੱਬ ਤੋਂ ਵਿਛੜੇ ਹੋਏ ਹਾਂ। ਜਿਵੇਂ ਭਗਤ ਸਾਹਿਬਾਨਾਂ ਦੇ ਅਸੀਂ ਬਚਨ ਪੜ੍ਹਦੇ ਹਾਂ ਕਿ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਬਹੁਤੇ ਜਨਮਾਂ ਦੇ ਵਿਛੜਿਆਂ ਦਾ ਤਾਂ ਪਤਾ ਲੱਗਿਆ ਕਿ ਅਸੀਂ ਵਿਛੜੇ ਹੋਏ ਹਾਂ ਤੇ ਇਹ ਮਿਲਾਪ ਵਾਲੇ ਪਾਸੇ ਨੂੰ ਜਿਸ ਦਿਨ ਕਦਮ ਪੁੱਟਿਆ ਤੇ ਉਸ ਦਿਨ ਵਿਛੋੜੇ ਦੀ ਸਮਝ ਵੀ ਆਉਣੀ ਸ਼ੁਰੂ ਹੋ ਗਈ। ਬਾਬਾ ਅਮਰਦਾਸ ਜੀ ਨੇ ਬੇਨਤੀ ਕੀਤੀ, ਬੀਬੀ ਅਮਰੋ ਨੂੰ ਕਿਹਾ ਕਿ ਮੈਨੂੰ ਲੈ ਕਰਕੇ ਚੱਲੋ ਖਡੂਰ ਸਾਹਿਬ ਦੀ ਧਰਤੀ 'ਤੇ। ਬੀਬੀ ਅਮਰੋ ਜੀ ਨੇ ਕਿਹਾ ਕਿ ਸਾਨੂੰ ਪਿਤਾ ਜੀ ਦਾ ਹੁਕਮ ਹੈ ਕਿ ਜਿੰਨੀ ਦੇਰ ਤੱਕ ਅਸੀਂ ਬੁਲਾਈਏ ਨਾ ਉਨੀ ਦੇਰ ਤੱਕ ਤੁਸੀਂ ਆਉਣਾ ਨਹੀਂ ਹੈ।
ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਦੀ ਤੜਫ ਇਤਨੀ ਸੀ ਤੇ ਬਾਬਾ ਅਮਰਦਾਸ ਜੀ ਨੇ ਬੀਬੀ ਅਮਰੋ ਜੀ ਨੂੰ ਉਸ ਵੇਲੇ ਬੇਨਤੀ ਰੂਪ ਦੇ ਵਿੱਚ ਕਿਹਾ ਕਿ ਅਸੀਂ ਜਾ ਕਰਕੇ ਗੁਰੂ ਅੰਗਦ ਦੇਵ ਮਹਾਰਾਜ ਆਪ ਜੀ ਦੇ ਪਿਤਾ ਜੀ ਨੂੰ ਬੇਨਤੀ ਕਰ ਦੇਵਾਂਗੇ ਕਿ ਅਸੀਂ ਲੈ ਕਰਕੇ ਆਏ ਹਾਂ, ਬੀਬੀ ਅਮਰੋ ਖੁਦ ਨਹੀਂ ਆਏ। ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਜਾਂਦੇ ਨੇ ਤੇ ਉਸ ਵੇਲੇ ਬਾਬਾ ਅਮਰਦਾਸ ਜੀ ਨੂੰ ਬਾਹਰ ਖਿਲਾਰਿਆ ਗਿਆ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਜਿਹੜਾ ਸੀ ਉਹ ਸਭ ਤੋਂ ਪਹਿਲਾਂ ਬੀਬੀ ਅਮਰੋ ਜੀ ਜਾਂਦੇ ਨੇ ਤੇ ਬੀਬੀ ਅਮਰੋ ਜੀ ਜਿਸ ਵੇਲੇ ਗਏ, ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਸ ਵੇਲੇ ਕਿਹਾ ਸੀ, ਕਹਿਣ ਲੱਗੇ ਕਿ ਤੁਹਾਨੂੰ ਕਿਹਾ ਸੀ ਤੁਸੀਂ ਇਕੱਲੇ ਨਹੀਂ ਆਉਣਾ ਜਾਂ ਬੁਲਾਈਏ ਤੇ ਫਿਰ ਆਉਣਾ। ਬੀਬੀ ਅਮਰੋ ਜੀ ਨੇ ਕਿਹਾ, ਨਹੀਂ ਪਿਤਾ ਜੀ, ਮੈਂ ਇਕੱਲੀ ਨਹੀਂ ਆਈ, ਮੇਰੇ ਨਾਲ ਜਿਹੜੇ ਨੇ ਬਾਬਾ ਅਮਰਦਾਸ ਜੀ ਆਏ ਹੋਏ ਨੇ ਔਰ ਉਹਨਾਂ ਦੇ ਮਨ ਦੇ ਵਿੱਚ ਇੱਛਾ ਸੀ ਕਿ ਉਹ ਤੁਹਾਡੇ ਦਰਸ਼ਨ ਕਰਨ। ਗੁਰੂ ਅੰਗਦ ਦੇਵ ਮਹਾਰਾਜ ਉੱਠ ਕੇ ਗਏ, ਅੱਗੋਂ ਲੈਣ ਵਾਸਤੇ ਗਏ, ਬਾਬਾ ਅਮਰਦਾਸ ਜੀ ਅੱਗੋਂ ਮਿਲੇ। ਹੁਣ ਗੁਰੂ ਅੰਗਦ ਦੇਵ ਮਹਾਰਾਜ ਇਸ ਤਰੀਕੇ ਨਾਲ ਮਿਲਦੇ ਪਏ ਨੇ ਕਿ ਜਿਵੇਂ ਕੁੜਮ ਨੂੰ ਮਿਲਦਾ ਹੈ, ਜੱਫੀ ਪਾ ਕਰਕੇ ਮਿਲਣ ਲੱਗੇ। ਪਰ ਬਾਬਾ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਜਿਹੜਾ ਸੀ ਉਹਨਾਂ ਨੇ ਨਮਸਕਾਰ ਕਰ ਦਿੱਤੀ ਔਰ ਇਹ ਕਹਿ ਦਿੱਤਾ ਸੀ ਕਿ ਅੱਜ ਮੈਂ ਸਿੱਖ ਬਣ ਕਰਕੇ ਆਇਆ ਹਾਂ, ਨਾ ਕਿ ਕੁੜਮ ਬਣ ਕਰਕੇ ਆਇਆ ਹਾਂ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ ਰਹੇ ਔਰ ਮਾਤਾ ਖੀਵੀ ਜੀ ਜਿਹੜੇ ਸਾਰਾ ਹੀ ਲੰਗਰ ਦਾ ਪ੍ਰਬੰਧ ਦੇਖਦੇ ਸੀ, ਸਾਰਾ ਹੀ ਉਹਨਾਂ ਨੇ ਦੇਖਣਾ ਕਿ ਕਿੱਥੇ ਕਿਹੜੀ ਚੀਜ਼ ਦੀ ਲੋੜ ਹੈ। ਬਲਵੰਡ ਖੀਵੀ ਨੇਕ ਜਨ, ਜਿਨ ਬਹੁਤੀ ਛਾਉ ਪਤਰਾਲੀ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਕਿਆਲੀ। ਸੋ ਮਾਤਾ ਖੀਵੀ ਜੀ ਦਾ ਨਾਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਸ਼ਾਮਲ ਕਰਨਾ ਔਰ ਖਾਸ ਕਰਕੇ ਕਿ ਲੰਗਰ ਪ੍ਰਥਾ ਨੂੰ ਜਿਹੜਾ ਸੀ ਉਹ ਮਾਤਾ ਖੀਵੀ ਜੀ ਨੇ ਬਹੁਤ ਸਰਾਹਿਆ, ਬੜਾ ਯੋਗਦਾਨ ਪਾਇਆ। ਜਿੱਥੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਸ਼ਬਦ ਦਾ ਲੰਗਰ ਲਾਉਂਦੇ ਨੇ, ਉੱਥੇ ਮਾਤਾ ਖੀਵੀ ਜੀ ਜਿਹੜੇ ਸਨ ਉਹਨਾਂ ਨੇ ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਕਿਆਲੀ, ਉਹਨਾਂ ਨੇ ਬਹੁਤ ਪਿਆਰ ਦੇ ਨਾਲ ਸੰਗਤ ਦੇ ਵਾਸਤੇ ਖੀਰ ਤਿਆਰ ਕਰਨੀ, ਉਹਦੇ ਵਿੱਚ ਵੀ ਦੇਸੀ ਘਿਓ ਪਾ ਕਰਕੇ ਸੰਗਤ ਨੂੰ ਛਕਾਉਣਾ। ਔਰ ਇਹ ਸਿੱਖੀ ਦੇ ਵਿੱਚ ਪਰੰਪਰਾ ਰਹੀਆਂ ਨੇ ਕਿ ਸੰਗਤ ਜਿਹੜੀ ਹੈ ਉਹਦੇ ਵਿੱਚੋਂ ਪਰਮਾਤਮਾ ਦੇ ਦਰਸ਼ਨ ਹੁੰਦੇ ਨੇ, ਕਰਤੇ ਦੇ ਦਰਸ਼ਨ ਜਿਹੜੇ ਨੇ ਉਹ ਕੁਦਰਤ ਦੇ ਵਿੱਚੋਂ ਦਿਖਾਈ ਦਿੰਦੇ ਨੇ। ਸੋ ਜਿਸ ਦਿਨ ਬਾਬਾ ਅਮਰਦਾਸ ਜੀ ਗਏ, ਉਹਨਾਂ ਨੇ ਜਾ ਕਰਕੇ ਮਾਤਾ ਖੀਵੀ ਜੀ ਕੋਲੋਂ ਸੇਵਾਵਾਂ ਜਿਹੜੀਆਂ ਸੀ ਉਹ ਕੁਝ ਲਈਆਂ। ਖਾਸ ਕਰਕੇ ਜਿਹੜਾ ਸੀ ਲੰਗਰ ਦੇ ਵਾਸਤੇ ਜਲ ਭਰਨ ਦੀ ਸੇਵਾ, ਬਰਤਨ ਸਾਫ਼ ਕਰਨ ਦੀ ਸੇਵਾ, ਝਾੜੂ ਲਗਾਉਣ ਦੀ ਸੇਵਾ, ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਸੇਵਾਵਾਂ ਜਿਹੜੀਆਂ ਸਨ ਉਹ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਰਹਿ ਕਰਕੇ ਕੀਤੀਆਂ। ਔਰ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਗੋਇੰਦਵਾਲ ਸਾਹਿਬ ਜੀ ਦੇ ਜਿਹੜਾ ਦਰਿਆ ਦੇ ਕੰਢੇ ਤੋਂ ਬਾਬਾ ਅਮਰਦਾਸ ਜੀ ਨੇ ਨਿੱਤ ਪਾਣੀ ਦੀ ਗਾਗਰ ਭਰ ਕਰਕੇ ਲੈ ਕੇ ਆਉਣੀ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਇਸ਼ਨਾਨ ਕਰਾਉਣੇ। 12 ਸਾਲ ਲਗਾਤਾਰ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ, 12 ਸਾਲ ਸਿਰ ਦੇ ਉੱਪਰ ਗਾਗਰ ਰੱਖ ਕੇ। ਔਰ ਦੇਖੋ ਹਰ ਸਾਲ ਇੱਕ ਸਾਲ ਦੇ ਵਿੱਚ ਕਿੰਨੇ ਮੌਸਮ ਆਉਂਦੇ ਨੇ ਇਸ ਪੰਜਾਬ ਦੀ ਧਰਤੀ ਤੇ, ਖਾਸ ਕਰਕੇ ਪਤਝੜ ਆਉਂਦੀ ਹੈ, ਬਹਾਰ ਆਉਂਦੀ ਹੈ, ਗਰਮੀ ਆਉਂਦੀ ਹੈ, ਸਰਦੀ ਆਉਂਦੀ ਹੈ, ਬਾਰਿਸ਼ਾਂ ਦੇ ਦਿਨ ਆਉਂਦੇ ਨੇ। ਪਰ ਇਤਿਹਾਸ ਦੇ ਵਿੱਚ ਕਿਤੇ ਵੀ ਲਿਖਿਆ ਨਹੀਂ ਮਿਲਦਾ ਕਿ ਬਾਬੇ ਅਮਰਦਾਸ ਜੀ ਨੇ ਇੱਕ ਦਿਨ ਵੀ ਇਹ ਕਿਹਾ ਹੋਵੇ ਕਿ ਅੱਜ ਪਾਣੀ, ਅੱਜ ਜਲ ਨਹੀਂ ਲਿਆਂਦਾ ਜਾ ਸਕਦਾ। ਸਤਿਗੁਰੂ ਮਹਾਰਾਜ ਨੂੰ ਇੱਥੇ ਕਿਸੇ ਹੋਰ ਜਲ ਨਾਲ ਜਾਂ ਕਿਸੇ ਹੋਰ ਢੰਗ ਨਾਲ ਪਾਣੀ ਦਾ ਪ੍ਰਬੰਧ ਕਰਾ ਕੇ ਜਿਹੜਾ ਹੈ ਇਸ਼ਨਾਨ ਕੀਤਾ ਜਾ ਸਕਦਾ ਹੈ। ਸੋ ਨਿਰੰਤਰ 12 ਸਾਲ ਸੇਵਾ ਕੀਤੀ ਔਰ 12 ਸਾਲ ਦੀ ਸੇਵਾ ਦੇ ਬਦਲੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ 12 ਬਖਸ਼ਿਸ਼ਾਂ ਕੀਤੀਆਂ, ਜਿਨ੍ਹਾਂ ਨੂੰ ਅਸੀਂ ਪੜ੍ਹਦੇ ਹਾਂ, ਨਿਮਾਣਿਆਂ ਦੇ ਮਾਣ, ਨਿਤਾਨਿਆਂ ਦੇ ਤਾਨ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ। ਇਸ ਤਰ੍ਹਾਂ 12 ਬਖਸ਼ਿਸ਼ਾਂ ਸਤਿਗੁਰੂ ਮਹਾਰਾਜ ਜੀ ਨੇ ਕੀਤੀਆਂ। ਆਖਰ ਜਿਸ ਦਿਨ ਬਾਬਾ ਅਮਰਦਾਸ ਜੀ ਜਿਹੜੇ ਸਨ ਉਹ ਜੁਲਾਹੇ ਦੀ ਖੱਡੀ ਦੇ ਕਿੱਲੇ ਦੇ ਨਾਲ ਅੜ ਕਰਕੇ ਜਦੋਂ ਉਹ ਡਿੱਗਦੇ ਨੇ, ਜੁਲਾਹੀ ਦੇ ਬਚਨ ਸਨ ਕਿ ਅਮਰੂ ਨਿਥਾਵਾਂ ਹੈ, ਤੇ ਬਾਬਾ ਅਮਰਦਾਸ ਜੀ ਦੇ ਸੁਭਾਵਿਕ ਬਚਨ ਸਨ ਕਿ ਚੱਲੀਏ, ਮੈਂ ਨਿਥਾਵਾਂ ਨਹੀਂ, ਮੈਂ ਗੁਰੂ ਵਾਲਾ ਬਣ ਗਿਆ ਹਾਂ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਅੰਗਦ ਦੇਵ ਜੀ ਨੇ ਉਸ ਤੋਂ ਬਾਅਦ ਵਿੱਚ ਜਿਹੜਾ ਸੀ ਉਹ ਗੁਰਤਾ ਗੱਦੀ ਬਖਸ਼ਿਸ਼ ਕੀਤੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਗੋਇੰਦਵਾਲ ਸਾਹਿਬ ਦੇ ਅਸਥਾਨ 'ਤੇ ਆਉਂਦੇ ਨੇ। ਉੱਥੇ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਹੁਕਮ ਦੇ ਨਾਲ ਨਗਰ ਵਸਾਉਣਾ ਕੀਤਾ ਔਰ ਵਿਸ਼ੇਸ਼ ਤੌਰ 'ਤੇ ਜਿਹੜਾ ਸੀ ਉਹ ਖਾਸ ਤੌਰ 'ਤੇ ਜਿਹੜਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਕਾਰਜ ਕੀਤੇ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ 17 ਰਾਗਾਂ ਦੇ ਵਿੱਚ ਗੁਰਬਾਣੀ ਉਚਾਰਨ ਕੀਤੀ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੰਗਤ ਪਾਛੇ ਸੰਗਤ ਦਾ ਜਿਹੜਾ ਸੀ ਉਹ ਨਾਅਰਾ ਦਿੱਤਾ। ਸਤਿਗੁਰੂ ਮਹਾਰਾਜ ਨੇ ਇਹ ਜ਼ਰੂਰੀ ਕਰ ਦਿੱਤਾ ਕਿ ਕੋਈ ਵੀ ਆਵੇ
ਉਹ ਸਭ ਤੋਂ ਪਹਿਲਾਂ ਪੰਗਤ ਦੇ ਵਿੱਚ ਬੈਠੇ ਬਰਾਬਰਤਾ ਦੀ ਮਹਾਰਾਜ ਜੀ ਨੇ ਗੱਲ ਕੀਤੀ ਕਿ ਭਾਵੇਂ ਕੋਈ ਉੱਚਾ ਹੈ ਭਾਵੇਂ ਕੋਈ ਨੀਵਾਂ ਹੈ, ਸਾਰੇ ਇੱਕ ਜਗ੍ਹਾ ਤੇ ਬੈਠ ਕੇ ਪ੍ਰਸ਼ਾਦਾ ਛਕਣਗੇ। ਔਰ ਬਾਅਦ ਵਿੱਚ ਸੰਗਤ ਦੇ ਵਿੱਚ ਬੈਠਣਾ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਸਤੀ ਪ੍ਰਥਾ ਜਿਹੜੀ ਸੀ ਉਹਦਾ ਡਟ ਕਰਕੇ ਵਿਰੋਧ ਕੀਤਾ, ਕਿਉਂਕਿ ਉਸ ਸਮੇਂ ਦੇ ਵਿੱਚ ਇਸਤਰੀਆਂ ਦਾ ਪਤੀ ਚੜ੍ਹਾਈ ਕਰ ਜਾਣਾ ਤੇ ਜ਼ਬਰਦਸਤੀ ਜਿਹੜਾ ਸੀ ਉਹਨਾਂ ਨੂੰ ਆਪਣੇ ਪਤੀ ਦੀ ਚਿਖਾ ਦੇ ਵਿੱਚ ਸਾੜ ਦਿੱਤਾ ਜਾਂਦਾ ਸੀ। ਔਰ ਇਹ ਸੱਚਮੁੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਘਰ ਹੀ ਹੈ ਕਿ ਜਿਨ੍ਹਾਂ ਨੇ ਇਸਤਰੀ ਦੇ ਵਾਸਤੇ ਸਭ ਤੋਂ ਬੁਲੰਦ ਬਾਂਗ ਆਵਾਜ਼ ਦੇ ਵਿੱਚ ਜਿਹੜਾ ਸੀ ਹਾਮੀ ਭਰੀ ਔਰ ਉਹਦੇ ਹੱਕ ਦੇ ਵਿੱਚ ਜਿਹੜਾ ਸੀ ਉਹ ਜ਼ੋਰਦਾਰ ਨਾਅਰਾ ਲਾਇਆ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਖਿਆ, ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ। ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਭ ਤੋਂ ਪਹਿਲਾਂ ਸਤੀ ਪ੍ਰਥਾ ਦਾ ਵਿਰੋਧ ਕੀਤਾ, ਪਰਦਾ ਪ੍ਰਥਾ ਦਾ ਵਿਰੋਧ ਕੀਤਾ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ। ਔਰ ਗੋਇੰਦਵਾਲ ਸਾਹਿਬ ਵਿਖੇ ਮਹਾਰਾਜ ਜੀ ਨੇ ਬੌਲੀ ਤਿਆਰ ਕਰਾਈ, ਔਰ ਜਿਸ ਬੌਲੀ ਦੀਆਂ ਅੱਜ ਵੀ 84 ਪੌੜੀਆਂ ਅਸੀਂ ਦਰਸ਼ਨ ਕਰਦੇ ਹਾਂ। ਔਰ ਇੱਕ ਰਵਾਇਤ ਬਣੀ ਹੋਈ ਹੈ ਕਿ ਜੇਕਰ ਉਸ 84 ਪੌੜੀਆਂ 'ਤੇ ਜਪਜੀ ਸਾਹਿਬ ਦਾ ਪਾਠ ਕਰਕੇ ਇਸ਼ਨਾਨ ਕੀਤਾ ਜਾਵੇ ਤਾਂ 84 ਜਿਹੜੀ ਹੈ ਉਹ ਕੱਟੀ ਜਾਂਦੀ ਹੈ। ਸਿਧਾਂਤਕ ਤੌਰ 'ਤੇ ਵੀ ਦੇਖਿਆ ਜਾਵੇ ਕਿ ਜਿਹੜਾ ਇਨਸਾਨ ਲਗਾਤਾਰ ਇੱਕ ਦਿਨ ਦੇ ਵਿੱਚ 84 ਵਾਰੀ ਜਪਜੀ ਸਾਹਿਬ ਦਾ ਪਾਠ ਕਰੇਗਾ, ਉਹਦੀ ਜ਼ੁਬਾਨ ਦੇ ਉੱਤੇ ਉਹਦੇ ਹਿਰਦੇ ਵਿੱਚ ਜਪਜੀ ਸਾਹਿਬ ਵਸ ਜਾਏਗਾ, ਤੇ ਜਿਹਦੇ ਹਿਰਦੇ 'ਚ ਜਪਜੀ ਸਾਹਿਬ ਵਸ ਜਾਏਗਾ ਉਹ ਸੱਚੀ ਮੁੱਚੀ ਉਹ 84 ਛੱਡ ਕੇ ਉਹ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਏਗਾ। ਸੋ ਇਸ਼ਨਾਨ ਤੇ ਬਾਣੀ ਦੇ ਨਾਲ ਜੋੜਨ ਦੀ ਪ੍ਰਥਾ ਜਿਹੜੀ ਸੀ ਸਤਿਗੁਰੂ ਮਹਾਰਾਜ ਨੇ ਸ਼ੁਰੂ ਕੀਤੀ। ਭਾਈ ਪਾਰੋ ਜੀ ਪਰਮਹੰਸ ਸਨ, ਜਿਨ੍ਹਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਕੋਈ ਪੱਕੇ ਤਿਉਹਾਰ, ਕੋਈ ਪੱਕੇ ਦਿਨ ਸਿੱਖਾਂ ਦੇ ਵਾਸਤੇ ਬੰਨੇ ਜਾਣ। ਸਤਿਗੁਰੂ ਮਹਾਰਾਜ ਜੀ ਨੇ ਕਿਹਾ ਸੀ ਪ੍ਰਥਮ ਵਿਸਾਖੀ, ਦੁਤੀਆ ਦੀਵਾਲੀ। ਸਿੱਖੀ ਦੇ ਵਿੱਚ ਪਹਿਲੀ ਵਿਸਾਖੀ ਤੇ ਦੂਸਰਾ ਦੀਵਾਲੀ ਜਿਹੜਾ ਸੀ ਇਹ ਪੱਕੇ ਦਿਨ ਬੰਨ੍ਹ ਦਿੱਤੇ ਗਏ। ਔਰ ਇਹ ਪੱਕੇ ਦਿਨਾਂ ਦੀ, ਇਹ ਪੱਕੇ ਤਿਉਹਾਰ ਦੀ ਸ਼ੁਰੂਆਤ ਵੀ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕੀਤੀ ਸੀ। ਔਰ ਸਤਿਗੁਰੂ ਮਹਾਰਾਜ ਜੀ ਦੇ ਲੰਮੇ ਕਾਰਜਕਾਲ ਦੇ ਦੌਰਾਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸ਼ਰਨ ਵਿੱਚ ਆਏ। ਮਾਤਾ ਪਿਤਾ ਬਚਪਨ ਵਿੱਚ ਚੜ੍ਹਾਈ ਕਰ ਗਏ ਸਨ, ਨਾਨੀ ਵੀ ਚੜ੍ਹਾਈ ਕਰ ਗਏ। ਬਾਅਦ ਵਿੱਚ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸੇਵਾ ਦੇ ਵਿੱਚ ਹੀ ਰਹੇ, ਬਹੁਤ ਸੇਵਾ ਕੀਤੀ। ਸੇਵਾ ਦੇ ਵਿੱਚ ਇੰਨੇ ਕੁ ਆਪਣੇ ਆਪ ਨੂੰ ਜਿਹੜਾ ਸੀ ਉਹਨਾਂ ਨੇ ਬਿਲਕੁਲ ਸੇਵਾ ਦੇ ਵਿੱਚ ਆਪਣੇ ਮਨ ਨੂੰ ਜੋੜ ਦਿੱਤਾ, ਜਿਹਦੇ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੁਰਤਾ ਗੱਦੀ ਜਿਹੜੀ ਹੈ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸੌਂਪੀ। ਔਰ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਖੀਰਲੇ ਉਹ ਬਚਨ ਸਨ ਜਿਸ ਦਿਨ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਗੁਰਤਾ ਗੱਦੀ 'ਤੇ ਬੈਠਦੇ ਨੇ। ਔਰ ਮਹਾਰਾਜ ਜੀ ਉਸ ਦਿਨ ਆਖਦੇ ਨੇ ਕਿ ਹਮ ਕੀਰੇ ਕਿਰਮ सतगुरु शरनाई कर दया नाम प्रगास, कि हम रुलते फिरते कोई बात ना पूछता, गुर सतगुर संग कीरे हम थापे। बीबी भानी जी का विआह भी धन गुरु अमरदास महाराज जी के हुक्म के नाल धन गुरु रामदास महाराज जी के नाल कीता गया। धन गुरु अमरदास महाराज पातशाह जी ने गुरु अर्जन देव महाराज जी नूं असीसां दे के आख्या सी कि दोहता बानी का बोह था। और जिस दिन सच्चे पातशाह महाराज सरीरक तौर पर जो अज का दिन असी मनाते पे हाँ ज्योति जोत दिवस धन गुरु अमरदास महाराज जी का, अज के दिन सच्चे पातशाह महाराज जी ने गोइंदवाल साहब जी के अस्थान के उपर सच्चे पातशाह महाराज ने समुची संगत नूं एकत्र किया। और ये इतिहासिक स्रोत के वजों गुरबानी दे विच रामकली सद के अंदर ये सारा ही जिहड़ा वेरवा दर्ज किया गया। बाबा सुंदर जी जिहड़े सन वो इस बानी दे लखेता ने, वो बानी दे रचनहार ने। बाबा मोहन जी दे पुत्र ने बाबा आनंद जी, ते बाबा आनंद जी दे पुत्र ने बाबा सुंदर जी, जिन्हां ने ये बानी रामकली सद जिहड़ी है वो लिखी। उस वेले गुरु अमरदास महाराज जी का अपना हुक्म सी, सतगुर पाने अपने बह परिवार सदाया, मत मैं पिछे कोई रोव सी, सो मैं मूल ना पाया। मित पैंजे मित बिगसे, जिस मित की पैज पावे, तुसी विचार देखो पुत भाई, हर सतगुरु पहनावे। फिर सच्चे पातशाह महाराज जी ने हुक्म भी कर दिता सी कि अंते सतगुर बोलिया, मैं पिछे कीर्तन करे हो निर्बान जियो, केसो गोपाल पंडित सदे हो, हर हर कथा पढ़े पुराण जियो। सो गुरु अमरदास महाराज जी एक सिक्खी दे वास्ते भी परोपकार करके गए कि अंतिम समय की जिहड़ी मर्यादा है महाराज वो बन के गए कि कोई भी प्राणी जदों चढ़ाई कर जाए तो उनके निमित्त जिहड़ा है गुरबाणी का निर्बान कीर्तन होवे। केसो गोपाल पंडित सदे हो, हर हर कथा पढ़े पुराण जियो, तो गुरबाणी की उस वेले कथा की जाए।
ਤਾਂ ਕਿ ਸਾਡੇ ਮਨ ਨੂੰ ਤੁਰਵਾਸ ਆ ਸਕੇ, ਇਹ ਗੱਲ ਸਮਝ ਆ ਸਕੇ ਕਿ ਇਹ ਜਿਹੜਾ ਮਨੁੱਖਾ ਸਰੀਰ ਮਿਲਿਆ ਹੈ ਇਹ ਨਾਸ਼ਵਾਨ ਹੈ, ਇਹ ਰਹਿੰਦਾ ਨਹੀਂ, ਇਹ ਚਲੇ ਜ਼ਰੂਰ ਜਾਂਦਾ ਹੈ, ਭਾਵੇਂ ਇਹ ਕਿਸੇ ਦਾ ਵੀ ਹੋਵੇ। ਸੋ ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਅਮਰਦਾਸ ਜੀ ਪਰਉਪਕਾਰ ਦੀ ਮੂਰਤ, ਨਿਮਰਤਾ ਦੀ ਮੂਰਤ, ਬਾਣੀ ਦੇ ਸਰੂਪ ਬਿਰਧ ਬਾਬਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜਿਹੜੇ ਨਿਮਾਨਿਆਂ ਦੇ ਮਾਨ ਸਨ, ਨਿਤਾਨਿਆਂ ਦੇ ਤਾਨ, ਨਿਉਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਫਿਰ ਅੱਜ ਦੇ ਦਿਨ ਗੋਇੰਦਵਾਲ ਸਾਹਿਬ ਜੀ ਦੀ ਧਰਤੀ ਦੇ ਉੱਪਰ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਦੀ ਸੇਵਾ ਸੌਂਪਦਿਆਂ ਹੋਇਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਔਰ ਭੱਟ ਸਾਹਿਬਾਨਾਂ ਦੇ ਇਹ ਬਚਨ ਸਨ, ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੇ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਅੱਜ ਦੇ ਇਸ ਪਾਵਨ ਦਿਹਾੜੇ ਦੇ ਉੱਪਰ ਜੋਤੀ ਜੋਤ ਪੁਰਬ ਦੇ ਉੱਪਰ ਧੰਨ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਨੂੰ ਕੋਟਾਨ ਕੋਟ ਨਮਸਕਾਰ ਕਰਦੇ ਹਾਂ। ਔਰ ਨਾਲ ਹੀ ਅਸੀਂ ਆਸ ਕਰਦੇ ਹਾਂ ਕਿ ਜੋ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਉਪਦੇਸ਼ ਦਿੱਤਾ, ਉਸ ਉਪਦੇਸ਼ ਦੇ ਉੱਤੇ ਚੱਲ ਕਰਕੇ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਜੀ ਦੀ ਅਸੀਂ ਖੁਸ਼ੀ ਪ੍ਰਾਪਤ ਕਰ ਸਕਦੇ ਹਾਂ, ਸਾਡਾ ਜੀਵਨ ਸਫਲਾ ਹੋ ਸਕਦਾ ਹੈ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਨ ਕਿ ਅਸੀਂ ਦੇਸ਼ ਵਿਦੇਸ਼ ਵਿੱਚ ਬੈਠੇ ਹੋਏ ਵੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਯਾਦ, ਉਹਨਾਂ ਦੇ ਇਸ ਪਾਵਨ ਜੋਤੀ ਜੋਤ ਪੁਰਬ ਨੂੰ ਮਨਾਉਂਦੇ ਪਏ ਹਾਂ। ਆਸ ਕਰਦੇ ਹਾਂ ਕਿ ਤੁਸੀਂ ਸਤਿਗੁਰੂ ਮਹਾਰਾਜ ਜੀ ਦੇ ਜੀਵਨ ਤੋਂ ਪੂਰਨ ਤੌਰ ਤੇ ਲਾਹਾ ਲਓਗੇ ਔਰ ਗੁਰਬਾਣੀ ਦੇ ਨਾਲ ਜੁੜ ਕਰਕੇ ਜੀਵਨ ਸਫਲਾ ਕਰੋਗੇ ਜੀ। ਬੋਲਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਅੱਗੇ ਵਾਸਤੇ ਜਿਹੜਾ ਹੈ ਨਵਾਂ ਪ੍ਰੋਗਰਾਮ ਲੈ ਕਰਕੇ ਅਸੀਂ ਫਿਰ ਹਾਜ਼ਰ ਹੋਵਾਂਗੇ ਜੀ। ਤਦ ਤੱਕ ਦੀ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।